ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਵਿਗਨਨ ਕੇ ਨਾਸ਼ਕ ਵਿਗਨਨ ਕੇ ਨਾਸ਼ਕ ਹਰਿ ਗੋਬਿੰਦ ਸੋਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਮੋਰੀ ਏਕ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦੋ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਕਰ ਰਹੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਜੋ ਸਤਿਗੁਰੂ ਜੀ ਸਾਨੂੰ ਹਰ ਰੋਜ਼ ਮਿਲਣ ਦੇ ਨਾਲ ਸਤ ਸੰਗਤ ਦੀ ਬਖਸ਼ਿਸ਼ ਕਰਦੇ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਤ ਪ੍ਰਹਲਾਦ ਦੇ ਕੋਲ ਬੈਠ ਕਰਕੇ ਭਗਤ ਪ੍ਰਹਲਾਦ ਦੀ ਜੀਵਨੀ ਸੁਣ ਰਹੇ ਨੇ। ਭਗਤ ਪ੍ਰਹਲਾਦ ਜੀ ਦੱਸ ਰਹੇ ਨੇ ਕਿ ਜਿਸ ਸਮੇਂ ਮੇਰੇ ਪਿਤਾ ਨੇ ਮੈਨੂੰ ਵਿਦਿਆ ਪੜ੍ਹਨ ਵਾਸਤੇ ਜਿਹੜੇ ਸ਼ੁਕਰਾਚਾਰੀਆ ਦੇ ਪੁੱਤਰ ਹਨ ਸੰਤਾ ਔਰ ਮਰਕਾ ਜੋ ਸਾਡੇ ਅਧਿਆਪਕ ਹਨ ਉਹਨਾਂ ਦੇ ਕੋਲ ਭੇਜਿਆ ਹੈ। ਹਰ ਰੋਜ਼ ਮੈਨੂੰ ਦੁਨਿਆਵੀ ਵਿਦਿਆ ਪੜ੍ਹਾਉਂਦੇ ਨੇ ਪਰ ਉਸ ਵਿਦਿਆ ਦੇ ਵਿੱਚ ਮੇਰਾ ਰੱਤੀ ਭਰ ਕੇ ਮਨ ਨਹੀਂ ਲੱਗਦਾ।
ਜਿਹੜੀ ਮੇਰੀ ਮਾਤਾ ਹੈ ਪਰਮੇਸ਼ਰ ਦੀ ਬੰਦਗੀ ਅੰਦਰ ਸਿਮਰਨ ਅੰਦਰ ਭੇਜੀ ਰਹਿੰਦੀ ਹੈ। ਇਸ ਪ੍ਰਕਾਰ ਕੁਝ ਕੁ ਦਿਨਾਂ ਬਾਅਦ ਮੇਰੇ ਪਿਤਾ ਨੇ ਆਪਣੇ ਕੋਲ ਮੈਨੂੰ ਆਪਣੀ ਗੋਦੀ ਵਿੱਚ ਬਿਠਾਇਆ ਹੈ। ਪੁੱਛਣਾ ਕੀਤਾ ਹੈ ਕਿ ਪੁੱਤਰ ਜੀ ਹਰ ਰੋਜ਼ ਵਿੱਦਿਆ ਪੜ੍ਹ ਰਹੇ ਹੋ, ਮੈਨੂੰ ਵੀ ਦੱਸੋ ਕਿਹੜੀ ਵਿੱਦਿਆ ਹੁਣ ਤੱਕ ਪੜ੍ਹੀ ਹੈ, ਕੀ ਸਿੱਖਿਆ ਪ੍ਰਾਪਤ ਕੀਤੀ ਹੈ। ਭਗਤ ਪ੍ਰਹਲਾਦ ਜੀ ਦੱਸਣ ਲੱਗੇ ਕਿ ਪਿਤਾ ਹਰਨਾਕਸ਼ ਜੀ, ਜਿਹੜੀ ਵਿੱਦਿਆ ਮੈਂ ਪੜ੍ਹ ਰਿਹਾ ਹਾਂ ਉਹ ਵਿੱਦਿਆ ਉਪਮਾ ਤੋਂ ਰਹਿਤ ਹੈ। ਉਸ ਨੂੰ ਪੜ੍ਹਨ ਦੇ ਨਾਲ ਜੋ ਘਰ ਪਰਿਵਾਰ ਹੈ ਇਹ ਦੁੱਖਾਂ ਦਾ ਖੂਹ ਜਾਪਦਾ ਹੈ। ਇਸ ਲਈ ਘਰ ਪਰਿਵਾਰ ਨੂੰ ਤਿਆਗ ਕਰਕੇ ਪਰਿਵਾਰ ਦਾ ਮੋਹ ਛੱਡ ਕਰਕੇ ਬੰਦੇ ਨੂੰ ਇਕਾਂਤ ਦੇਸ਼ ਵਿੱਚ ਜਾ ਕਰਕੇ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਭਗਵਾਨ ਵਿਸ਼ਨੂੰ ਦੇ ਚਰਨ ਪਰਸਣੇ ਚਾਹੀਦੇ ਹਨ। ਇਸ ਪ੍ਰਕਾਰ ਜਦੋਂ ਮੇਰੇ ਮੁਖੋਂ ਮੇਰੇ ਪਿਤਾ ਨੇ ਪਰਮੇਸ਼ਰ ਦੀ ਭਗਤੀ ਦੀ ਗੱਲ ਸੁਣੀ, ਬੜਾ ਕ੍ਰੋਧ ਦੇ ਵਿੱਚ ਆਇਆ। ਮੇਰੇ ਅਧਿਆਪਕਾਂ ਤਾਈਂ ਕਹਿਣ ਲੱਗਾ ਕਿ ਇਹ ਸਿੱਖਿਆ ਇਸ ਨੂੰ ਕਿਸ ਨੇ ਦਿੱਤੀ ਹੈ। ਇਹ ਸਿੱਖਿਆ ਤਾਂ ਤੁਸੀਂ ਮੇਰੇ ਉਲਟ ਦੇ ਰਹੇ ਹੋ, ਕਿਉਂਕਿ ਦੈਂਤਾਂ ਦਾ ਔਰ ਦੇਵਤਿਆਂ ਦਾ ਸੁਭਾਅ ਇੱਕੋ ਜਿਹਾ ਹੈ, ਆਪਸ ਵਿੱਚ ਕਦੇ ਵੀ ਨਹੀਂ ਬਣਦੇ। ਸੰਤਾ ਔਰ ਮਰਕਾ ਜੋ ਅਧਿਆਪਕ ਟੀਚਰ ਹਨ ਉਹ ਕਹਿਣ ਲੱਗੇ ਕਿ ਹਰਨਾਕਸ਼ ਤੇਰੇ ਪੁੱਤਰ ਨੇ ਇਹ ਵਿੱਦਿਆ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ, ਅਸੀਂ ਨਹੀਂ ਸਿਖਾਇਆ, ਇਹ ਸੁਤੇ ਸਿੱਧੀ ਇਸ ਨੂੰ ਪ੍ਰਾਪਤ ਹੋਈ ਹੈ। ਇਸ ਪ੍ਰਕਾਰ ਜਦੋਂ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਲਾਦ ਨੂੰ ਪੁੱਛਿਆ ਕਿ ਪੁੱਤਰ ਜੀ ਇਹ ਵਿੱਦਿਆ ਤੁਹਾਨੂੰ ਤੁਹਾਡੇ ਅਧਿਆਪਕਾਂ ਨੇ ਨਹੀਂ ਪੜ੍ਹਾਈ ਤੇ ਤਾਂ ਤੁਸੀਂ ਕਿਵੇਂ ਇਹ ਵਿੱਦਿਆ ਸਿੱਖੀ, ਤੁਸੀਂ ਕਿੱਥੋਂ ਇਹ ਪਾਠ ਪੜ੍ਹਿਆ। ਤੇ ਭਗਤ ਪ੍ਰਹਲਾਦ ਜੀ ਕਹਿਣ ਲੱਗੇ ਜਿਨ੍ਹਾਂ ਉੱਪਰ ਪਰਮੇਸ਼ਰ ਦੀ ਅਪਾਰ ਕਿਰਪਾ ਬਖਸ਼ਿਸ਼ ਹੁੰਦੀ ਹੈ ਉਹਨਾਂ ਦਾ ਹੀ ਸੰਸਾਰ ਨਾਲੋਂ ਮੋਹ ਟੁੱਟਦਾ ਹੈ, ਨਿਰੰਕਾਰ ਨਾਲ ਪ੍ਰੇਮ ਪੈਂਦਾ ਹੈ। ਐਸੀ ਭਗਤੀ ਦੇ ਵਚਨ ਜਦੋਂ ਸੁਣੇ ਹਨ ਤੇ ਹਰਨਾਕਸ਼ ਨੇ ਆਪਣੀ ਗੋਦੀ ਦੇ ਵਿੱਚੋਂ ਆਪਣਾ ਪੁੱਤਰ ਚਲਾ ਕੇ ਥੱਲੇ ਸੁੱਟਿਆ, ਵਗਾ ਕੇ ਮਾਰਿਆ। ਕਹਿਣ ਲੱਗਾ ਹੈ ਕਿ ਇਹ ਮੇਰਾ ਦੁਸ਼ਮਣ ਹੈ, ਮੇਰਾ ਪੁੱਤਰ ਨਹੀਂ, ਜਿਹੜਾ ਦੈਂਤਾਂ ਦੇ ਘਰ ਪੈਦਾ ਹੋ ਕਰਕੇ ਦੇਵਤਿਆਂ ਦੀ ਗੱਲ ਕਰਦਾ ਹੈ। ਇਸ ਲਈ ਇਸ ਨੂੰ ਮਾਰ ਦਿੱਤਾ ਜਾਵੇ। ਦਰਅਸਲ ਸੰਸਾਰ ਦੇ ਵਿੱਚ ਜਿਹੜਾ ਪੁੱਤਰ ਆਪਣੇ ਪਿਤਾ ਦੀ ਹੱਕ ਦੀ ਗੱਲ ਨਾ ਕਰੇ ਤੇ ਵਿਰੋਧੀਆਂ ਦਾ ਹੱਕ ਪੂਰੇ, ਉਹ ਪੁੱਤਰ ਨਹੀਂ, ਉਹ ਦੁਸ਼ਮਣ ਹੁੰਦਾ ਹੈ। ਇਸ ਪ੍ਰਕਾਰ ਬਚਨ ਭਗਤ ਪ੍ਰਹਲਾਦ ਤਾਈਂ ਮਾਰਨ ਦੇ ਪਿਤਾ ਹਰਨਾਕਸ਼ ਨੇ ਕੀਤੇ ਹਨ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ ਜੋ ਆਉਣ ਵਾਲਾ ਗੁਰ ਇਤਿਹਾਸ ਹੈ। ਆਓ ਸ਼ਰਧਾ ਭਾਵਨਾ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਧਰਕੋ ਮਾਰੋ ਕਹਿ ਡਾਟੇ। ਜਿਸ ਸਮੇਂ ਤਖਤ ਤੇ ਬੈਠੇ ਹਰਨਾਕਸ਼ ਨੇ ਇਹ ਬਚਨ ਕਹੇ ਕਿ ਇਹ ਮੇਰਾ ਪੁੱਤਰ ਨਹੀਂ, ਮੇਰਾ ਵੱਡਾ ਦੁਸ਼ਮਣ ਹੈ, ਇਸ ਨੂੰ ਮਾਰ ਦਿੱਤਾ ਜਾਵੇ। ਤੇ ਭਗਤ ਪ੍ਰਹਲਾਦ ਕਹਿੰਦਾ ਜਦੋਂ ਮੇਰੇ ਪਿਤਾ ਦੇ ਸੇਵਕਾਂ ਨੇ ਦੈਂਤਾਂ ਨੇ ਇਹ ਗੱਲ ਸੁਣੀ ਹੈ ਤੇ ਉਹਨਾਂ ਦੇ ਮੁਖਾਂ ਦੇ ਵਿੱਚੋਂ ਇੱਕੋ ਹੀ ਆਵਾਜ਼ ਨਿਕਲੀ ਹੈ ਕਿ ਇਸ ਨੂੰ ਪਕੜ ਲਵੋ ਮਾਰ ਦੇਵੋ ਜੀ। ਵੇਗ ਸਰੀਰ ਦੀਪੋ ਇਸ ਕਾਟੇ। ਤੇ ਜਿੰਨੀ ਛੇਤੀ ਹੋ ਸਕੇ ਇਸ ਦੁਸ਼ਮਣ ਦਾ ਸਰੀਰ ਕੱਟ ਦੇਵੋ। ਇੱਕ ਵਾਰ ਸ਼ਾਸਤਰ ਸਭ ਡਾਰੇ। ਤੇ ਭਗਤ ਪ੍ਰਹਲਾਦ ਕਹਿੰਦਾ ਦੈਂਤਾਂ ਨੇ ਇੱਕੋ ਵਾਰੀ ਮੇਰੇ ਵੱਲ ਸਾਰੇ ਹੀ ਸ਼ਾਸਤਰ ਚਲਾਏ ਹਨ। ਖੜਗ ਸਖਤ ਤ੍ਰਿਸ਼ੂਲ ਹੀ ਮਾਰੇ। ਇਸ ਪ੍ਰਕਾਰ ਜੋ ਖੜਗ ਤਲਵਾਰਾਂ ਹਨ, ਜੋ ਸਖਤ ਵਰਸ਼ੀਆਂ ਹਨ ਤੇ ਜੋ ਤ੍ਰਿਸ਼ੂਲਾਂ ਮੇਰੇ ਵੱਲ ਚਲਾਈਆਂ ਹਨ। ਬੇਫਲ ਪ੍ਰਯਾਸ ਤਨਹਿ ਪ੍ਰਭ ਖੋਬਾ। ਪਰ ਉਹਨਾਂ ਵੱਲੋਂ ਮੇਰੇ ਸਰੀਰ ਤੇ ਚਲਾਏ ਸਾਰੇ ਹੀ ਸ਼ਾਸਤਰ ਵਿਅਰਥ ਗਏ ਨੇ। ਐਸੀ ਪਰਮੇਸ਼ਰ ਦੀ ਕਿਰਪਾ ਹੋਈ, ਮੇਰਾ ਇੱਕ ਬਾਲ ਤੱਕ ਵਿੰਗਾ ਨਹੀਂ ਹੋਇਆ।
ਵਰਜੋ। ਭਗਤ ਪ੍ਰਹਲਾਦ ਜੀ ਕਹਿੰਦੇ ਜਿਵੇਂ ਕੋਈ ਮਨੁੱਖ ਪਰਮੇਸ਼ਰ ਤੋਂ ਰੱਬ ਤੋਂ ਬੇਮੁਖ ਹੋਵੇ ਜਿਉਂ ਤਹਿ ਕਰਿਆ ਵਿਫਲ ਹਵੈ ਸੋ। ਤੇ ਸੰਸਾਰ ਦੇ ਵਿੱਚ ਉਹ ਕੋਈ ਵੀ ਕਰਮ ਕਰ ਲਵੇ ਉਹਦੇ ਸਾਰੇ ਹੀ ਕਰਮ ਜਿਵੇਂ ਵਿਅਰਥ ਨਿਫਲ ਜਾਂਦੇ ਹਨ। ਦੈਤ ਰਾਜ ਜਿਤ ਨੈਣਨ ਦੇਖਾ। ਤੇ ਦੈਤਾਂ ਦੇ ਰਾਜੇ ਹਰਨਾਕਸ਼ ਮੇਰੇ ਪਿਤਾ ਨੇ ਇਹ ਸਾਰਾ ਕੁਝ ਆਪਣੇ ਅੱਖੀ ਵੇਖਿਆ ਹੈ। ਸੰਕਟ ਕਾ ਮਨ ਮਾਹੀ ਬਸੇਖਾ। ਤੇ ਮਨ ਹੀ ਮਨ ਦੇ ਵਿੱਚ ਐਸੀ ਕਰਾਮਾਤ ਵੇਖ ਕਰਕੇ ਹੈਰਾਨ ਹੋਇਆ ਹੈ। ਬੋਲਿਓ ਬਚਨ ਮਾਤ ਨਹਿ ਐਸੇ। ਇਸ ਪ੍ਰਕਾਰ ਮੇਰੇ ਪਿਤਾ ਨੇ ਫਿਰ ਬਚਨ ਬੋਲੇ ਨੇ ਕਿ ਜੇਕਰ ਮੇਰਾ ਪੁੱਤਰ ਏਦਾਂ ਨਹੀਂ ਮਰਦਾ ਔਰ ਉਪਾਵ ਕਰੋ ਕਹਿ ਜੈਸੇ। ਤੇ ਜਿੱਦਾਂ ਵੀ ਹੋ ਸਕੇ ਹੋਰ ਉਪਾਅ ਕਰੋ ਪਰ ਮੇਰੇ ਪੁੱਤਰ ਨੂੰ ਮਾਰ ਦੇਵੋ। ਗਜ ਆਗੇ ਗਹਿ ਜੀ ਰਾਵਹਿ। ਜਾਂ ਤਾਂ ਇਹਦਾ ਸਰੀਰ ਚੀਰ ਦੇਵੋ ਜਾਂ ਫਿਰ ਖੂਨੀ ਹਾਥੀ ਦੇ ਮੂਹਰੇ ਸੁੱਟ ਦੇਵੋ। ਸਰਪਨ ਤੇ ਸਭ ਅੰਗਦ ਸਾਹੋ। ਤੇ ਜਾਂ ਫਿਰ ਇਸ ਦੀਆਂ ਅੰਗਾਂ ਨੂੰ ਹੱਥਾਂ ਪੈਰਾਂ ਨੂੰ ਸੱਪ ਲੜਾਓ ਸੱਪ ਨੂੰ ਨਸਾਵੋ ਇਹਦੇ ਅੰਗ ਪੈਰ ਫਿਰ ਇਹਦੀ ਮੌਤ ਹੋਵੇਗੀ। ਜੇਕਰ ਕਹਤੇ ਹੋਏ ਉਬਾਰਾ। ਤੇ ਜੇਕਰ ਇਹ ਫਿਰ ਵੀ ਬਚ ਗਿਆ ਮਾਰੂ ਪਿਤ ਦੇ ਬੀਚ ਅਪਾਰਾ। ਤੇ ਫਿਰ ਇਹਦੇ ਭੋਜਨ ਦੇ ਵਿੱਚ ਜ਼ਹਿਰ ਮਿਲਾ ਕੇ ਇਸ ਨੂੰ ਖਵਾ ਦੇਵੋ ਪਰ ਮਾਰ ਦੇਵੋ ਜੀ। ਸੰਕਰ ਕੀਨੇ ਸਰਬ ਉਪਾਈ। ਇਸ ਪ੍ਰਕਾਰ ਮੇਰੇ ਪਿਤਾ ਦੇ ਸੇਵਕਾਂ ਨੇ ਸਾਰੇ ਉਪਾਅ ਮੇਰੇ ਤਾਈਂ ਅਜਮਾਏ ਨੇ ਕੀਤੇ ਨੇ। ਗਜ ਅਹੇ ਵੇਖ ਕੇ ਦੁਖ ਨਹਿਰਾਈ। ਮੈਨੂੰ ਹਾਥੀ ਦੇ ਮੂਹਰੇ ਵੀ ਸੁੱਟਿਆ ਏ ਸੱਪ ਵੀ ਲੜਾਏ ਨੇ ਮੇਰੇ ਖਾਣੇ ਵਿੱਚ ਜ਼ਹਿਰ ਤੱਕ ਪਾਈ ਹੈ। ਸ੍ਰੀ ਕਰਤਾਰ ਭਇਓ ਰਖਵਾਰਾ। ਪਰ ਜਿਸ ਦਾ ਪਰਮੇਸ਼ਰ ਰਖਵਾਲਾ ਹੋਵੇ ਕਹੋ ਕੌਣ ਤਹ ਸਕੈ ਜੋ ਮਾਰਾ। ਉਹਨੂੰ ਕੌਣ ਮਾਰ ਸਕਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇਰਾ। ਜੇ ਪਰਮੇਸ਼ਰ ਭਾਵੇ ਤੇ ਉਹਦਾ ਕੋਈ ਵਾਲ ਤੱਕ ਵਿੰਗਾ ਨਹੀਂ ਕਰ ਸਕਦਾ। ਬਹਰੋ ਦੇਹ ਬਾਂਧ ਕਰ ਮੇਰਾ। ਇਸ ਪ੍ਰਕਾਰ ਸਾਰੇ ਉਪਾਅ ਕਰਨ ਤੋਂ ਬਾਅਦ ਮੇਰੇ ਸਰੀਰ ਨੂੰ ਬੰਨ੍ਹਿਆ ਗਿਆ ਤੰਗ ਗਿਰ ਕੇ ਕਹਿ ਕੀਰਾ। ਤੇ ਉੱਚੇ ਪਹਾੜ ਤੋਂ ਮੈਨੂੰ ਧੱਕਾ ਦੇ ਕੇ ਥੱਲੇ ਵੀ ਸੁੱਟਿਆ ਸੀ। ਬਹੁਤ ਵਾਰ ਮੈਂ ਬਾਹਰ ਡੁਬਾਇਓ। ਤੇ ਬਹੁਤ ਵਾਰ ਮੈਨੂੰ ਪਾਣੀ ਦੇ ਅੰਦਰ ਨਦੀ ਵਿੱਚ ਵੀ ਡੁਬੋਣਾ ਕੀਤਾ ਹੈ। ਚੰਡ ਪਾਵਕ ਮਹਿ ਪਾਇਓ। ਬਹੁਤ ਤੇਜ ਅੱਗ ਬਾਲ ਕਰਕੇ ਅੱਗ ਵਿੱਚ ਵੀ ਸੁੱਟਿਆ ਸੀ। ਇੱਕ ਦਿਵਸ ਨਹਿ ਦਇਓ ਅਹਾਰੂ। ਤੇ ਇਸ ਪ੍ਰਕਾਰ ਸਾਰੇ ਉਪਾਅ ਕਰਨ ਤੋਂ ਬਾਅਦ ਫਿਰ ਮੈਨੂੰ ਬਹੁਤਾ ਸਮਾਂ ਭੁੱਖਾ ਰੱਖਿਆ ਹੈ। ਮਾਰਨ ਚਿਤ ਅਨਕ ਪ੍ਰਕਾਰੂ। ਇਸ ਪ੍ਰਕਾਰ ਮਾਰਨ ਦੀ ਖਾਤਰ ਅਨੇਕਾਂ ਉਪਾਅ ਅਨੇਕਾਂ ਯਤਨ ਕੀਤੇ ਸਨ। ਸਭ ਉਪਾਏ ਤੇ ਬਾਦ ਤਿਨੂ ਕੇ। ਪਰ ਜਿੰਨੇ ਵੀ ਉਪਾਅ ਕੀਤੇ ਗਏ ਮੈਨੂੰ ਮਾਰਨ ਦੇ ਸਾਰੇ ਹੀ ਵਿਅਰਥ ਗਏ ਨੇ। ਮਨ ਚਿੰਤਾ ਵੀ ਅਗਤ ਜਿਨੂ ਕੇ। ਸੋਚ ਸੋਚ ਕੇ ਉਹਨਾਂ ਦੇ ਮਨ ਚਿੰਤਾ ਦੇ ਸਹਿਤ ਹੋਏ ਨੇ। ਲੋਮਰਾ ਹਿਰਨ ਕਸਪ ਅਵਲੋਕ ਕੈ। ਮੇਰੇ ਪਿਤਾ ਹਰਨਾਕਸ਼ ਨੇ ਐਸਾ ਕੌਤਕ ਵੇਖ ਕੇ ਚਿੰਤਾ ਜਗੀ ਵਿਸਾਲ। ਤੇ ਮਨ ਹੀ ਮਨ ਵਿੱਚ ਬੜੀ ਚਿੰਤਾ ਲੱਗੀ ਹੈ। ਸਭ ਉਦਮ ਨਿਸਫਲ ਗਏ। ਸਾਰੇ ਹੀ ਜਿਹੜੇ ਉਦਮ ਕੀਤੇ ਨੇ ਮਾਰਨ ਦੇ ਸਾਰੇ ਵਿਅਰਥ ਚਲੇ ਗਏ ਨੇ। ਮਾਰਿਓ ਮਰਨ ਬਾਲ। ਬਹੁਤਿਆਂ ਤਰੀਕਿਆਂ ਨਾਲ ਮਾਰਨਾ ਚਾਹਿਆ ਪਰ ਮੇਰਾ ਪੁੱਤਰ ਮਰਦਾ ਨਹੀਂ। ਜੋ ਪਈ ਮੈਂ ਭਿਆਨਕ ਘਟ ਬਚਨ ਉਚਾਰੇ। ਇਸ ਪ੍ਰਕਾਰ ਮੇਰਾ ਪਿਤਾ ਕਹਿੰਦਾ ਮੈਂ ਬੜੇ ਕੌੜੇ ਕਰਤਨ ਵਾਲੇ ਬਚਨ ਤੱਕ ਕਹੇ ਨੇ। ਸੁਣ ਕਰ ਇਹ ਪਰ ਹਰਖ ਅਪਾਰੇ। ਇਸ ਪ੍ਰਕਾਰ ਇਹ ਸੁਣ ਕਰਕੇ ਮੇਰੀਆਂ ਗੱਲਾਂ ਨੂੰ ਦੁੱਖਾਂ ਨੂੰ ਵੇਖ ਕਰਕੇ ਸੁਖੀ ਹੁੰਦਾ ਹੈ ਖੁਸ਼ ਹੁੰਦਾ ਹੈ। ਅਮਿਤ ਪ੍ਰਭਾਵ ਤੇਜ ਨਹੀਂ ਥੋਰਾ। ਇਹਦੇ ਜਿਹੜਾ ਚਿਹਰੇ ਦਾ ਪ੍ਰਭਾਵ ਹੈ ਤੇਜ ਪ੍ਰਤਾਪ ਘਟਦਾ ਨਹੀਂ ਵੱਧਦਾ ਜਾਂਦਾ ਹੈ। ਨਿਸ਼ਚੈ ਇਹ ਸਤਰ ਇਹ ਮੋਰਾ। ਤੇ ਮੈਂ ਆਪਣੇ ਮਨ ਵਿੱਚ ਇਹ ਯਕੀਨ ਦੇ ਨਾਲ ਜਾਣ ਲਿਆ ਹੈ ਕਿ ਇਹ ਮੇਰਾ ਦੁਸ਼ਮਣ ਹੈ। ਇਹ ਸੰਗ ਵਧਿਓ ਵਿਸਾਲ ਵਿਰੋਧਾ। ਤੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦੁਸ਼ਮਣ ਬਣੇਗਾ। ਮਨ ਹੋਏ
ਹੈ। ਹਰਨਾਕਸ਼ ਸੋਚਦਾ ਹੈ ਕਿ ਇਹ ਪ੍ਰਹਲਾਦ ਮੇਰੀ ਮੌਤ ਦਾ ਕਾਰਨ ਬਣੇਗਾ। ਏਦਾਂ ਲੱਗਦਾ ਹੈ ਇਹਦੇ ਹੱਥੋਂ ਮੇਰੀ ਮੌਤ ਹੋਵੇਗੀ। ਇਸ ਪ੍ਰਕਾਰ ਜਿੱਦਾਂ ਮੈਂ ਦੀਨੀ ਦੀਨਾ ਇਸ ਪ੍ਰਕਾਰ ਚਿੰਤਾ ਦੇ ਸਹਿਤ ਮੇਰਾ ਪਿਤਾ ਹੋਇਆ ਹੈ। ਸਿਹਤ ਹੋਇਓ ਬਦਨ ਮਲੀਨਾ ਤੇ ਚਿਹਰੇ ਦਾ ਰੰਗ ਪੀਲਾ ਪੈਣ ਲੱਗਾ ਹੈ, ਜਿਹੜਾ ਚਿਹਰਾ ਉਦਾਸ ਹੋਇਆ ਹੈ। ਸੰਗਾ ਮਰਕਾ ਲੱਖ ਗਤਕਾਸੂ ਤੇ ਕੋਲ ਖੜੇ ਮੈਨੂੰ ਪੜ੍ਹਾਉਣ ਵਾਲੇ ਸੰਗਾ ਔਰ ਮਰਕਾ ਜੇ ਦੋ ਅਧਿਆਪਕ ਹਨ। ਲੇਕਰ ਗਏ ਇਕੱਠ ਅਬਾਸੂ ਮੇਰੇ ਪਿਤਾ ਨੂੰ ਇੱਕ ਇਕਾਂਤ ਕਮਰੇ ਦੇ ਵਿੱਚ ਇੱਕ ਸ਼ਾਂਤ ਮਾਹੌਲ ਵਿੱਚ ਲੈ ਕੇ ਗਏ ਨੇ। ਸਮਝਾਵਾ ਕਹੇ ਮੁਦਰੀ ਬਾਨੀ ਤੇ ਮਿੱਠੇ ਬੋਲ ਬੋਲ ਕੇ ਮੇਰੇ ਪਿਤਾ ਤਾਈਂ ਸਮਝਾਇਆ ਹੈ ਸੋਨ ਛਤੇਸ ਕਸ ਚਿੰਤਾ ਠਾਨੀ ਕਿ ਰਾਜਾ ਤੂੰ ਚਿੰਤਾ ਕਿਸ ਗੱਲ ਦੀ ਕਰਦਾ ਹੈ। ਤਾਵ ਲੋਕ ਕਹਿ ਪਏ ਬੁੱਧੀ ਬਾਕੀ ਇਸ ਪ੍ਰਕਾਰ ਕਿਉਂ ਗੁੱਸੇ ਦੇ ਨਾਲ ਸੇਲੀਆਂ ਟੇਢੀਆਂ ਕੀਤੀਆਂ ਨੇ। ਮੈਂ ਲੋਕਨ ਸੁਧ ਰਹੇ ਨਾ ਕਾਫੀ ਇਸ ਪ੍ਰਕਾਰ ਗੁੱਸੇ ਦੇ ਨਾਲ ਬੁੱਧੀ ਨਾਸ਼ ਹੋ ਜਾਂਦੀ ਹੈ ਤੇ ਤਿੰਨਾਂ ਲੋਕਾਂ ਦੀ ਤੂੰ ਖਬਰ ਭੁੱਲ ਜਾਵੇਂਗਾ। ਬਾਤ ਜੋ ਦੀਨਾ ਇਸ ਪ੍ਰਕਾਰ ਆਪਣੇ ਪੁੱਤਰ ਦੀ ਕਿਉਂ ਚਿੰਤਾ ਕਰਦਾ ਹੈ। ਤੁਮਰੇ ਹੈ ਸਭ ਲੋਕ ਅਧੀਨਾ ਇਹ ਸਾਰਾ ਰਾਜ ਭਾਗ ਤੇਰੇ ਅਧੀਨ, ਸਾਰੀ ਪ੍ਰਜਾ ਤੇਰੇ ਅਧੀਨ ਹੈ। ਤਦ ਚਿੰਤਾ ਇੱਕ ਸੁਨਹੁ ਉਪਾਈ ਇਸ ਲਈ ਚਿੰਤਾ ਛੱਡ ਦੇਵੋ, ਸਾਡੇ ਮੁਖੋਂ ਇੱਕ ਉਪਾਅ ਸੁਣੋ। ਵਰਨ ਪਾਸੋ ਬੰਦ ਹੋ ਲਿਆਈ ਜਿਹੜਾ ਵਰਨ ਪਾਸ ਭਾਵ ਇੱਕ ਥੰਮਲਾ ਹੈ। ਸੰਗਤ ਜੀ ਉਹਨਾਂ ਸਮਿਆਂ ਦੇ ਵਿੱਚ ਜਦੋਂ ਵੀ ਕੋਈ ਗੁਨਾਹ ਕਰਦਾ ਸੀ, ਹਰਨਾਕਸ਼ ਵਰਗੇ ਰਾਜੇ ਜਿਹੜਾ ਔਗਣ ਕਰਦਾ ਸੀ, ਗੁਨਾਹ ਕਰਦਾ ਸੀ ਨਾ, ਲੋਕੀ ਨੂੰ ਇਸ ਥੰਮਲੇ ਨਾਲ ਬੰਨ੍ਹ ਦਿਆ ਕਰਦੇ ਸਨ। ਤੇ ਫਿਰ ਸੰਡਾ ਮਰਕਾਂ ਨੇ ਇਸ ਪ੍ਰਕਾਰ ਹਰਨਾਕਸ਼ ਨੂੰ ਸੁਝਾਅ ਦਿੱਤਾ ਹੈ ਕਿ ਆਪਾਂ ਤੇਰੇ ਪੁੱਤਰ ਨੂੰ ਵੀ ਇਸ ਥੰਮਲੇ ਨਾਲ ਬੰਨ੍ਹ ਦਈਏ। ਸ਼ਕਰ ਨਕੇਤ ਆਏ ਹੈ ਚੌਲੋ ਤੇ ਜਦੋਂ ਤੱਕ ਸਾਡਾ ਪਿਤਾ ਘਰ ਵਾਪਸ ਆਵੇਗਾ ਸੁਪਰਚਾਰੀਆ, ਹਮ ਰੱਖੇ ਬੰਦੇ ਇਹ ਕੌਲੋ ਉਦੋਂ ਤੱਕ ਤੇਰੇ ਪੁੱਤਰ ਨੂੰ ਬੰਨ੍ਹ ਕੇ ਰੱਖਾਂਗੇ। ਜਾਤੀ ਹਵੇ ਜਬ ਬੈਸ ਵਡੇਰੀ ਇਸ ਪ੍ਰਕਾਰ ਇਹਦੀ ਸਾਰੀ ਉਮਰ ਬੰਨੇ ਦੀ ਬਤੀਤ ਹੋਵੇਗੀ। ਜਦੋਂ ਹੌਲੀ ਹੌਲੀ ਬਚਪਨ ਅਵਸਥਾ ਦੇ ਵਿੱਚੋਂ ਜਵਾਨ ਅਵਸਥਾ ਵਿੱਚ ਗਿਆ, ਭਾਵ ਇਹਦੀ ਉਮਰ ਵਧੇਗੀ। ਤਬ ਇਹ ਔਰ ਸਮਤ ਕਨੇਰੀ ਉਦੋਂ ਇਹਨੂੰ ਆਪ ਹੀ ਸ੍ਰੇਸ਼ਟ ਮਤ ਆ ਜਾਵੇਗੀ। ਸੱਚਿਆ ਦੇ ਸ਼ੁਕਰ ਬਨ ਆਈ ਤੇ ਜੋ ਸਾਡਾ ਪਿਤਾ ਹੈ ਸ਼ੁਕਰਚਾਰੀਆ, ਉਹ ਫਿਰ ਆ ਕੇ ਇਸ ਨੂੰ ਸਮਝਾਵੇਗਾ। ਰਾਜਨੀਤ ਸਭ ਲਿਹ ਪੜਾਈ ਤੇ ਤੇਰੀ ਇੱਛਾ ਅਨੁਸਾਰ ਸਾਰੀ ਰਾਜਨੀਤੀ ਵਿਦਿਆ ਪੜ੍ਹਾ ਦੇਵੇਗਾ। ਕਹਿੰਦੇ ਸੁਣਕਰ ਆਸ ਤਨ ਜੈਸਾ ਇਸ ਪ੍ਰਕਾਰ ਸੰਡੇ ਔਰ ਵਰਗੇ ਦੇ ਮੁਖੋਂ ਇਹ ਉਪਾਅ ਸੁਣ ਕਰਕੇ ਮੇਰਾ ਪਿਤਾ ਮਨ ਭਜਨ ਪੁਨ ਦਈਨ ਦੇਸਾ ਇਸ ਪ੍ਰਕਾਰ ਉਹਨਾਂ ਦੀ ਗੱਲ ਸੁਣ ਕੇ ਮੰਨਿਆ ਹੈ ਤੇ ਉਹਨਾਂ ਨੂੰ ਆਗਿਆ ਦਿੱਤੀ ਹੈ। ਲੈ ਜਾਵੋ ਤਿਤ ਬਾਂਧ ਪੜਾਵੋ ਮੇਰੇ ਪੁੱਤਰ ਪ੍ਰਹਲਾਦ ਨੂੰ ਲੈ ਜਾਵੋ, ਜਾ ਕੇ ਬੰਨ੍ਹ ਦੇਵੋ ਤੇ ਪੜ੍ਹਾਉਣਾ ਕਰੋ। ਧਰਮ ਤੇ ਵਰਗੇ ਸ਼ਬਦ ਸਿਖਾਵੋ ਇਸ ਪ੍ਰਕਾਰ ਜਿਹੜੇ ਧਰਮ ਦੇ 4 ਅੰਗ ਹੁੰਦੇ ਨੇ ਨਾ, ਧਰਮ, ਅਰਥ, ਕਾਮ, ਮੋਹ, ਉਹਨਾਂ ਦੇ ਵਿੱਚੋਂ ਇਸ ਨੂੰ 3 ਹੀ ਸਿਖਾਏ। ਇਸ ਨੂੰ ਧਰਮ ਸਿਖਾਇਓ, ਇਸ ਨੂੰ ਕਾਮ ਜੋ ਇਛਾਵਾਂ ਹਨ ਉਹ ਸਿਖਾਇਓ, ਇਸ ਨੂੰ ਅਰਥ ਧਨ ਦੀ ਪ੍ਰਾਪਤੀ ਸਿਖਾਇਓ, ਪਰ ਇਸ ਨੂੰ ਮੁਕਤੀ ਦੀ ਗੱਲ ਕਦੇ ਵੀ ਨਾ ਸਿਖਾਇਓ। ਕਿਉਂਕਿ ਜੇ ਇਹ ਮੁਕਤੀ ਦੀ ਗੱਲ ਸਿੱਖੇਗਾ ਤੇ ਸਿਮਰਨ ਕਰੇਗਾ, ਪਰਮੇਸ਼ਰ ਦੇ ਸਿਮਰਨ ਦੇ ਵਿੱਚੋਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ। ਇਸ ਲਈ ਇਸ ਨੂੰ ਧਰਮ ਦੇ 3 ਅੰਗ ਹੀ ਸਿਖਾਇਓ ਜੀ। ਸੰਦੇ ਮਰਕੇ ਬੰਧਨ ਕਰਕੇ ਇਸ ਪ੍ਰਕਾਰ ਇਹ ਬਚਨ ਸੁਣ ਕਰਕੇ ਸੰਡੇ ਔਰ ਮਰਕੇ ਨੇ ਮੈਨੂੰ ਫੜਿਆ ਹੈ ਤੇ ਮੇਰੇ ਪਿਤਾ ਨੂੰ ਨਮਸਕਾਰ ਕੀਤੀ ਹੈ। ਰਾਖੇ ਅੰਤਰ ਮੋਕੋ ਕਰ ਤੇ ਮੈਨੂੰ ਆਪਣੇ ਘਰ ਦੇ ਵਿੱਚ ਲਿਜਾ ਕੇ ਰੱਖਿਆ ਹੈ। ਆਏ ਆਪਣਾ ਪਾਠ ਪੜਾਵਤ ਤੇ ਹਰ ਰੋਜ਼ ਮੈਨੂੰ ਆਪਣੀ ਵਿਦਿਆ ਪੜ੍ਹਾਉਂਦੇ ਨੇ। ਤੋ ਕਹਿਓ ਨਾ ਮਨ ਮੈਂ ਭਾਵਤ ਪਰ ਉਹਨਾਂ ਦੀ ਜੋ ਵਿਦਿਆ ਹੈ, ਭਗਤ ਪ੍ਰਹਲਾਦ ਜੀ ਕਹਿੰਦੇ ਮੇਰੇ ਮਨ ਨੂੰ ਭਾਉਂਦੀ ਨਹੀਂ। ਰਾਮ ਦਵੈਖ ਜਿ ਮਾਹੇ ਵਿਸਾਲਾ ਕਿਉਂਕਿ ਉਹਨਾਂ ਦੇ ਮਨਾਂ ਦੇ ਅੰਦਰ ਜਿਹੜੀ ਈਰਖਾ
ਈਰਖਾ ਹੈ, ਦੁਆਸ਼ ਦੂਜਾ ਪਣ ਹੈ। ਕਿਉ ਮਨ ਰਚੈ ਜਗਤ ਜੰਜਾਲਾ, ਕਿਉਂਕਿ ਜਿਸ ਦੇ ਮਨ ਦੇ ਅੰਦਰ ਵਿਕਾਰ ਹੋਣ, ਈਰਖਾ ਹੋਵੇ, ਉਹਦਾ ਮਨ ਸੰਸਾਰ ਦੀਆਂ ਜੰਜਾਲਾਂ ਦੇ ਵਿੱਚ ਬੱਝਿਆ ਰਹਿੰਦਾ ਹੈ, ਨਿਰੰਕਾਰ ਦੀਆਂ ਚਰਨਾਂ ਨਾਲ ਨਹੀਂ ਜੁੜਦਾ। ਸ੍ਰੀ ਕਰਤਾਰ ਚਰਨ ਲਿਵ ਲਾਗੀ, ਤੇ ਭਗਤ ਪ੍ਰਹਿਲਾਦ ਜੀ ਕਹਿੰਦੇ ਮੇਰੇ ਮਨ ਦੀ ਲਿਵ ਪਰਮੇਸ਼ਰ ਦੇ ਚਰਨਾਂ ਵਿੱਚ ਲੱਗੀ ਹੈ। ਐਨਸ ਵਿੱਚ ਵਿਵੇਕ ਅਨੁਰਾਗੀ, ਇਸ ਪ੍ਰਕਾਰ ਦਿਨ ਰਾਤ ਮੇਰੇ ਮਨ ਵਿੱਚ ਪਰਮੇਸ਼ਰ ਦੀ ਵਿਵੇਕ ਵਿਚਾਰ ਚੱਲਦੀ ਹੈ। ਜਗਤ ਅਸਾਰ ਸਰਬ ਹੀ ਜਾਣਾ, ਤੇ ਮੈਂ ਤਾਂ ਸਾਰੇ ਸੰਸਾਰ ਨੂੰ ਝੂਠਾ ਜਾਣਿਆ ਹੈ। ਸਿਮਰਨ ਨਾਮ ਸਾਰ ਇਕ ਮਨ, ਤੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਸ ਨੂੰ ਹੀ ਸ੍ਰੇਸ਼ਟ ਜਾਣਿਆ ਹੈ ਜੀ। ਜਪ ਸੋ ਕਰਕੇ ਕਾਜ ਸਿਧਾਵੇ, ਤੇ ਜਦੋਂ ਕਿਤੇ ਮੇਰੇ ਅਧਿਆਪਕ ਮੈਨੂੰ ਪੜ੍ਹਾਉਣ ਵਾਲੇ ਸੰਤਾ ਔਰ ਮਰਕਾ ਘਰ ਦਿਆਂ ਕੰਮਾਂ ਨੂੰ ਮੁੱਖ ਰੱਖਦਿਆਂ ਘਰ ਤੋਂ ਬਾਹਰ ਜਾਂਦੇ ਸਨ, ਤਬ ਬ੍ਰਹਮਨ ਕੇ ਬਾਲਕ ਆਵੇ, ਤੇ ਜਿਹੜੇ ਦੈਂਤਾਂ ਦੇ ਬੱਚੇ ਸਨ ਨਾ ਸਾਡੇ ਆਂਢੀ ਗੁਆਂਢੀ ਉਹ ਮੇਰੇ ਕੋਲ ਆਉਂਦੇ ਸਨ। ਸੁਭ ਉਪਦੇਸ਼ ਦਿਓ ਮੈਂ ਤਾਹੂ, ਤੇ ਉਹਨਾਂ ਨੂੰ ਵੀ ਪਰਮੇਸ਼ਰ ਦੀ ਗੁਰਬਾਣੀ ਦਾ, ਪਰਮੇਸ਼ਰ ਦੀ ਬਾਣੀ ਦਾ ਮੈਂ ਸ਼ੁਭ ਚੰਗਾ ਉਪਦੇਸ਼ ਦਿੰਦਾ ਸੀ। ਸੁਣ ਕਰ ਸੋ ਧਾਰੇ ਗੁਰਮਾਹੂ, ਤੇ ਸੁਣ ਕਰਕੇ ਮੇਰੀਆਂ ਗੱਲਾਂ ਉਹਨਾਂ ਨੂੰ ਬੜੀਆਂ ਚੰਗੀਆਂ ਲੱਗਦੀਆਂ ਸਨ। ਜਿਹ ਸੰਕਰ ਪ੍ਰਸ਼ਨ ਬਹੋਰੀ, ਤੇ ਮੈਨੂੰ ਬਾਰ-ਬਾਰ ਇਹ ਗੱਲਾਂ ਪੁੱਛਦੇ ਰਹਿੰਦੇ ਸਨ। ਜਾਗਣ ਦਿਨ ਔਰ ਭਗਤ ਨ ਥੋਰੀ, ਉਹਨਾਂ ਦੇ ਹਿਰਦੇ ਅੰਦਰ ਵੀ ਪਰਮੇਸ਼ਰ ਦੀ ਭਗਤੀ ਦਾ ਜਾਗ ਲੱਗ ਚੁੱਕਾ ਸੀ। ਉਹ ਵੀ ਇਹ ਗੱਲਾਂ ਸੁਣ ਕਰਕੇ ਪਰਮੇਸ਼ਰ ਦੀਆਂ ਪ੍ਰਸੰਨ ਹੁੰਦੇ ਸਨ। ਦੁਹਰਾ ਸ੍ਰੀ ਗੁਰ ਪਾਕ ਕੇਤਕ ਪੁਸਪ, ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਸਰੋਤਾ ਜਨੋ ਜੋ ਕਥਾ ਵਾਰਤਾ ਸੁਣਦੇ ਹਨ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜੋ ਚਰਨ ਹਨ ਉਹ ਮਾਲ ਕੇਤਕੀ ਦੇ ਫੁੱਲ ਵਰਗੇ ਨੇ। ਪ੍ਰੇਮ ਕੰਟ ਜਹ ਸੰਗ, ਤੇ ਪ੍ਰੇਮ ਰੂਪੀ ਕੰਡੇ ਲੱਗੇ ਨੇ। ਮਨ ਮਲਿੰਦ ਕੋ ਵੇਦ ਕਰ, ਇਹ ਸਰੋਤਾ ਜਨੋ ਆਪਣੇ ਮਨ ਨੂੰ ਭੌਰਾ ਬਣਾ ਕਰਕੇ ਗੁਰੂ ਦੇ ਚਰਨਾਂ ਰੂਪੀ ਜਿਹੜੇ ਕਮਲ ਹਨ ਉਹਨਾਂ ਦਾ ਰਸ ਲੈਣਾ ਕਰੋ ਜੀ। ਨਮੋ ਕਥਾ ਸੋ ਉਮੰਗ, ਤੇ ਮੈਂ ਵੀ ਗੁਰੂ ਨਾਨਕ ਦੇ ਚਰਨਾਂ ਦਾ ਓਟ ਆਸਰਾ ਲੈ ਕਰਕੇ ਚਰਨਾਂ ਦਾ ਭੌਰਾ ਬਣ ਕੇ ਜੋ ਅਗਲੀ ਕਥਾ ਇਸ ਪ੍ਰਕਾਰ ਬੜੇ ਉਤਸ਼ਾਹ ਨਾਲ ਦੱਸਦਾ ਸ੍ਰੀ ਹਾਂ। ਬਾਲਾ ਸੁੰਦਰ ਬਾਚ, ਸੰਤੂ ਗੋਚਨਾ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਅਗਲੀ ਕਥਾ ਦੱਸਦੇ ਨੇ। ਜੋ ਪਈ ਸੁਣ ਸ੍ਰੀ ਅੰਗਦ ਕਥਾ ਪਨੀਤਾ, ਇਹ ਸ਼੍ਰੋਮਣੀ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਵਿੱਤਰ ਕਥਾ ਆਉਣ ਵਾਲੀ ਸੁਣੋ ਜੀ। ਪ੍ਰਹਿਲਾਦ ਭਇਓ ਜਸਰੀਤਾ, ਇਸ ਪ੍ਰਕਾਰ ਭਗਤ ਪ੍ਰਹਿਲਾਦ ਪਰਮੇਸ਼ਰ ਦਾ ਜਸ ਕਰਦਾ ਆਪਣੀ ਜੀਵਨ ਗਾਥਾ ਦੱਸਦਾ ਹੈ। ਪੁੱਤਰ ਜਗ ਟੈਗ ਹਮ ਬੈਸੇ, ਭਗਤ ਪ੍ਰਹਿਲਾਦ ਜੀ ਕਹਿੰਦੇ ਜਿਹੜੇ ਦੈਂਤਾਂ ਦੇ ਬੱਚੇ ਸਨ ਮੇਰੇ ਕੋਲ ਆ ਕੇ ਜਦੋਂ ਬੈਠਦੇ ਸੋ ਬਚਨ ਸੁਭਕ ਉਪਦੇਸੇ, ਤੇ ਮੈਂ ਬੜੇ ਸ੍ਰੇਸ਼ਟ ਬਚਨ ਉਹਨਾਂ ਤਾਈਂ ਸਮਝਾਉਂਦਾ, ਬੜੀਆਂ ਚੰਗੀਆਂ ਗੱਲਾਂ ਦੱਸਦਾ ਜੀ। ਇਸ ਪ੍ਰਕਾਰ ਕਹਿੰਦਾ ਇਹ ਦੈਂਤਾਂ ਦੇ ਪੁੱਤਰੋ ਮੇਰੀ ਗੱਲ ਧਿਆਨ ਨਾਲ ਸੁਣੋ ਜੀ। ਜਿਹੜੇ ਪਰਮੇਸ਼ਰ ਨੇ ਤੁਹਾਨੂੰ ਸਵਾਸ ਬਖਸ਼ੇ ਨੇ ਇਹਨਾਂ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰੋ ਤੇ ਆਪਣੇ ਆਪ ਦਾ ਕਲਿਆਣ ਕਰੋ, ਮੁਕਤੀ ਕਰੋ ਜੀ। ਜਿਹੜਾ ਇਹ ਮਨੁੱਖਾਂ ਦੇ ਹੀ ਹੈ ਇਹ ਬੜੀ ਔਖੀ ਮਿਲੀ ਹੈ। 84 ਲੱਖ ਜੂਨਾਂ ਨੂੰ ਭੋਗ ਕਰਕੇ ਮਸਾਂ ਹੀ ਇਹ ਮਨੁੱਖਾ ਦੇ ਹੀ ਮਿਲੀ ਹੈ। ਇਸ ਨੂੰ ਇਸ ਪ੍ਰਕਾਰ ਬੜੀ ਅਮੋਲਕ ਸਮਝਣਾ ਕਰੋ। ਤੇ ਫਿਰ ਇਹ ਦੇਹੀ ਸਦਾ ਹੀ ਇਸ ਸੰਸਾਰ ਤੇ ਟਿਕੀ ਰਹਿਣ ਵਾਲੀ ਨਹੀਂ, ਅੱਜ ਜਾਂ ਕੱਲ ਸਵਾਸ ਨਿਕਲ ਜਾਣਗੇ। ਇਸ ਲਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੀ ਸੇਵਾ ਕਰੋ ਤੇ ਹਿਰਦੇ ਦੇ ਵਿੱਚੋਂ ਮਨ ਦੇ ਵਿੱਚੋਂ ਜਿਹੜੇ ਵਿਕਾਰ ਹਨ, ਈਰਖਾ ਹੈ, ਇਹ ਛੱਡ ਦੇਵੋ।
ਨਾਮ ਸਾਰਿਆਂ ਹੀ ਸੁੱਖਾਂ ਦਾ ਘਰ ਹੈ ਤੇ ਮੁਕਤੀ ਦਾਤਾ ਹੈ। ਤਜੋ ਭੋਗ ਮਿਤ ਕਰਨ ਉਪਾਈ ਤੇ ਜਿਹੜੇ ਭੋਗ ਵਿਲਾਸ ਵਿਸ਼ੇ ਵਕਾਰ ਭੋਗਣੇ ਇਹ ਮਨ ਵਿੱਚੋਂ ਛੱਡ ਦੇਵੋ। ਇਹ ਸਭ ਜੋਨ ਵਿਖੇ ਕਰ ਆਈ ਕਿਉਂਕਿ ਸਾਰੀਆਂ ਹੀ ਜੂਨਾਂ ਦੇ ਵਿੱਚ ਵਿਸ਼ੇ ਵਕਾਰ ਭੋਗ ਵਿਲਾਸ ਭੋਗੇ ਨੇ, ਪਰ ਪਰਮੇਸ਼ਰ ਦਾ ਨਾਮ ਨਹੀਂ ਜਪਿਆ। ਇੱਕੋ ਇੱਕ ਮਨੁੱਖਾ ਦੇ ਹੀ ਹੈ, ਇਹਦੇ ਵਿੱਚ ਹੀ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ। ਨਹੀਂ ਭੋਗ ਵਿਲਾਸ ਵਿਸ਼ੇ ਵਕਾਰ ਤਾਂ ਹਰ ਜੂਨ ਵਿੱਚ ਭੋਗੇ ਨੇ। ਸ਼ੁਕਰ ਸਵਾਨ ਆਦ ਬਸ ਜਿਉ ਇਸ ਪ੍ਰਕਾਰ ਜਿਹੜੀ ਸੂਕਰ ਕੁੱਤੇ ਦੀ ਜੂਨ ਹੈ, ਸੂਕਰ ਸੂਰ ਦੀ ਜੂਨ ਹੈ, ਜਾਂ ਸਵਾਨ ਕੁੱਤੇ ਦੀ ਜੂਨ ਹੈ, ਜਾਂ ਆਦਿਕ ਜਿਹੜੇ ਹੋਰ ਪਸ਼ੂ ਹਨ, ਕਰਮਾ ਮਹੀਨ ਪਾਏ ਸਭ ਜਿਉ ਇਹ 83 ਲੱਖ ਜੂਨ ਅਸੀਂ ਮਾੜੇ ਕਰਮਾਂ ਦੇ ਅਧੀਨ ਹੋ ਕਰਕੇ ਭੋਗਦੇ ਹਾਂ। ਤੇਰੀ ਸੁਖ ਪਾਇਤ ਸਭ ਠੋਰਾ ਤੇ ਹਰ ਜੂਨ ਦੇ ਅੰਦਰ ਇੰਦਰੀਆਂ ਦਾ ਸੁਖ ਭੋਗਦੇ ਹਾਂ। ਬਿਨ ਪਰਿਆਸ ਸੁਖ ਆਦ ਜੇ ਔਰਾ ਤੇ ਬਿਨਾਂ ਹੀ ਕਿਸੇ ਅਪਾਹ ਤੋਂ ਜਿਹੜੀ ਪੰਛੀਆਂ ਜੀਵ ਜੰਤੂਆਂ ਦੀ ਇਸ ਪ੍ਰਕਾਰ ਜੂਨ ਹੈ। ਬਿਨ ਸੰਕਾ ਤੇ ਬਾਸੁਰ ਰਾਤੀ ਇਸ ਪ੍ਰਕਾਰ ਬਿਨਾਂ ਸ਼ੰਕੇ ਤੋਂ ਹੀ ਦਿਨ ਰਾਤ ਇਹਦੇ ਵਿੱਚ ਅਸੀਂ ਬਤੀਤ ਕੀਤਾ ਹੈ। ਕਾਮ ਚੇਸ਼ਟਾ ਕਰਤ ਸੁਹਾਤੀ ਤੇ ਹਰ ਇਸ ਪ੍ਰਕਾਰ ਜੂਨ ਦੇ ਅੰਦਰ ਅਸੀਂ ਕਾਮ ਵਾਸਨਾ ਭੋਗੀ ਹੈ, ਧੀਆਂ ਪੁੱਤਰ ਬੱਚੇ ਪੈਦਾ ਕੀਤੇ ਇਹ ਨੇ। ਤਨ ਭਜਨ ਹੇਤ ਹੈ ਦੀਨੋ ਪਰ ਜਿਹੜੀ ਇਹ ਮਨੁੱਖਾਂ ਦੇ ਹੀ ਹੈ, ਇਹਦੇ ਵਿੱਚ ਤਾਂ ਜਿੱਥੇ ਗ੍ਰਸਤੀ ਜੀਵਨ ਬਤੀਤ ਕਰਦੇ ਹਾਂ, ਉੱਥੇ ਨਾਲ ਨਾਲ ਪਰਮੇਸ਼ਰ ਦੀ ਬੰਦਗੀ ਵੀ ਜ਼ਰੂਰੀ ਹੈ। ਆਦਨ ਖੂਬ ਹੋ ਸੁਨੋ ਪਰਬੀਨੋ ਇਹ ਸਿਆਣੇ ਬੱਚਿਓ, ਜਿਹੜੀ ਇਹ ਮਨੁੱਖਾਂ ਦੇ ਹੀ ਹੈ, ਇਸ ਨੂੰ ਵਿਅਰਥ ਨਾ ਗਵਾਵੋ। ਜੋ ਬਿਨ ਮੰਗੇ ਤਿਤ ਆਵੇ ਜਿਵੇਂ ਮਨੁੱਖ ਹਰ ਇੱਕ ਉਪਾਅ ਤਾਂ ਸੁਖ ਲਈ ਕਰਦਾ ਹੈ, ਯਤਨ ਬਹੁਤ ਸੁਖ ਕੇ ਕੀਏ, ਦੁਖ ਕੋ ਕੀਓ ਨ ਕੋਏ, ਕਹੋ ਨਾਨਕ ਹਰ ਭਜ ਮਨਾ ਹਰ ਭਾਵੇ ਸੋ ਹੋਏ। ਇਸ ਪ੍ਰਕਾਰ ਜਿਹੜੇ ਹਰ ਇੱਕ ਉਪਾਅ ਹੈ ਉਹ ਸੁਖ ਦੇ ਲਈ ਕੀਤਾ ਜਾਂਦਾ ਹੈ, ਪਰ ਦੁੱਖ ਆਪਣੇ ਆਪ ਹੀ ਜੀਵਨ ਵਿੱਚ ਆਉਂਦੇ ਨੇ। ਨਿਆਮੀ ਜਤਨ ਬਿਨਾ ਸੁਖ ਪਾਵੇ ਇਸ ਪ੍ਰਕਾਰ ਜੇਕਰ ਪਰਮੇਸ਼ਰ ਦਾ ਨਾਮ ਜਪੋਗੇ, ਦੁੱਖਾਂ ਦੀ ਥਾਂ ਬਿਨਾਂ ਉਪਾਅ ਕੀਤੇ ਸੁਖ ਆਉਣਗੇ ਜੀ। ਨਾਮੇ ਭੋਗਨ ਹਿਤ ਉਪਾਉ ਇਸ ਲਈ ਜਿਹੜੇ ਭੋਗ ਵਿਲਾਸ ਕਰਨ ਦੇ ਉਪਾਅ ਨੇ, ਕਰੋਏ ਨਹੀਂ ਕਦਾਚਿਤ ਕਾਉ ਕਦਾਚਿਤ ਵੀ ਵਿਕਾਰ ਭੋਗਣ ਬਾਰੇ ਨਹੀਂ ਸੋਚਣਾ ਚਾਹੀਦਾ, ਬੰਦਗੀ ਬਾਰੇ ਸੇਵਾ ਸਿਮਰਨ ਬਾਰੇ ਸੋਚਣਾ ਚਾਹੀਦਾ ਹੈ। ਜਬ ਲੋ ਮ੍ਰਿਤ ਨਾ ਹੋਏ ਸਰੀਰਾ ਜਦੋਂ ਤੱਕ ਸਰੀਰ ਦੇ ਵਿੱਚੋਂ ਸਵਾਸ ਨਹੀਂ ਨਿਕਲਦੇ, ਪ੍ਰਾਣ ਨਹੀਂ ਨਿਕਲਦੇ, ਤਬ ਲੋ ਸਿਮਰ ਕੋ ਗੁਣੀ ਗਹੀਰਾ ਉਦੋਂ ਤੱਕ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਨੇ। ਕਥਾ ਕੀਰਤਨਾਂ ਵਿੱਚ ਹਾਜ਼ਰੀਆਂ ਭਰ ਕੇ ਸੰਗਤ ਕਰਨੀ ਚਾਹੀਦੀ ਹੈ ਜੀ। ਸੁਨੋ ਆਰਬਲ ਬਿਤੇ ਜੇ ਹੋਤੇ ਇਸ ਪ੍ਰਕਾਰ ਜੇਕਰ ਤੁਹਾਡੀ ਉਮਰ ਦੀ ਗੱਲ ਕਰੀਏ, ਜੇਕਰ ਇਹ 100 ਸਾਲ ਦੀ ਵੀ ਹੋਵੇ, ਆਤ ਜਾਨ ਨਿੰਦਰਾ ਬਸ ਸੋਤੇ ਇਹਦਾ ਜਾਣੋ ਕਿ 50 ਸਾਲ ਤਾਂ ਤੁਹਾਡੀ ਸੁਤਿਆਂ ਦੀ ਬਤੀਤ ਹੋ ਜਾਂਦੀ ਹੈ। ਮਾਰਗ ਮੁਕਤ ਬੋਧ ਮਹਿਕੇਤੀ ਤੇ ਫਿਰ ਜਿਹੜੇ ਮੂਹਰਲੇ 8-10 ਸਾਲ ਹਨ, ਉਹ ਬਚਪਨ ਵਿੱਚ ਅਣਜਾਣ ਬੁੱਧੀ ਵਿੱਚ ਬਤੀਤ ਹੁੰਦੇ ਨੇ। ਸੌਂਦ ਵਿਹੀਨ ਬੀਤੇ ਸਭ ਤੇਤੀ ਇਸ ਪ੍ਰਕਾਰ ਬਿਨਾਂ ਸੁਧੀ ਬਿਨਾਂ ਗਿਆਨ ਤੋਂ ਹੀ ਬਤੀਤ ਹੋ ਜਾਂਦਾ ਹੈ ਬਚਪਨ। ਭਇਓ ਤਰਨ ਤਰਨੀ ਜਬ ਜੀਤਾ ਇਸ ਪ੍ਰਕਾਰ ਜਦੋਂ ਜਵਾਨ ਹੁੰਦਾ ਹੈ, ਔਰਤ ਨਾਲ ਮਿਲਾਪ ਹੁੰਦਾ ਹੈ, ਗ੍ਰਸਤੀ ਹੋ ਜਾਂਦਾ ਹੈ, ਚਾਰਕ ਕਮਾਵਨ ਚਿੰਤਾ ਕੀਤਾ ਤੇ ਜਵਾਨੀ ਦੇ ਵਿੱਚ ਮਾਇਆ ਕਮਾਉਣ ਦੀ, ਪਰਿਵਾਰ ਨੂੰ ਪਾਲਣ ਦੀ ਚਿੰਤਾ ਵੱਡ ਖਾਂਦੀ ਹੈ। ਜਰਾ ਗ੍ਰਸਤ ਬਹੁਰੋ ਭਾਪਰਾਨੀ ਤੇ ਬਾਹਰੋਂ ਬੁਢਾਪਾ ਆ ਜਾਂਦਾ ਹੈ, ਫਿਰ ਬੁਢਾਪਾ ਗ੍ਰਸ ਲੈਂਦਾ ਹੈ। ਇੰਦਰੀ ਸਿਥਲ ਸਮਾਤ ਵਿਕਲਾਨੀ ਜਿਹੜੀਆਂ ਲੱਤਾਂ ਹਨ, ਜਿਨ੍ਹਾਂ ਨਾਲ ਚੌਂਕੜੀ ਮਾਰਨੀ ਸੀ, ਜੋ ਹੱਥ ਜੋੜਨੇ ਸਨ, ਜਿਨ੍ਹਾਂ ਨਾਲ ਹੱਥਾਂ ਵਿੱਚ ਗੁਟਕਾ ਸਾਹਿਬ ਫੜ ਕੇ ਗੁਰਬਾਣੀ ਪੜ੍ਹਨੀ ਸੀ, ਜਿਨ੍ਹਾਂ ਅੱਖਾਂ ਨੇ ਗੁਰਬਾਣੀ ਦੇ ਦਰਸ਼ਨ ਕਰਨੇ ਸਨ, ਜਿਸ ਰਸਨਾ ਨੇ ਇਸ ਪ੍ਰਕਾਰ ਵਾਹਿਗੁਰੂ ਵਾਹਿਗੁਰੂ ਜਪਣਾ ਸੀ, ਇਹ ਸਾਰੀਆਂ ਹੀ ਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਨੇ। ਗ੍ਰਹਿ ਸਤ ਮੋਹੇ ਵਿਸਾਲਾ ਇਸ ਪ੍ਰਕਾਰ ਜਿਹੜਾ ਗ੍ਰਸਤੀ ਜੀਵਨ ਅੰਦਰ ਪਰਿਵਾਰ ਦਾ ਮੋਹ ਹੈ, ਕੋਪਨ ਕੋਟੰਬ ਬਤਾਇਓ ਕਾਲਾ
ਤੇ ਪਰਿਵਾਰ ਦੇ ਮੋਹ ਵਿੱਚ ਪਰਿਵਾਰ ਦੀਆਂ ਸੁੱਖਾਂ ਲਈ ਪਰਿਵਾਰ ਨੂੰ ਪਾਲਣ ਵਾਸਤੇ ਹੀ ਜੀਵਨ ਬਤੀਤ ਹੁੰਦਾ ਹੈ। ਰਜ ਸਨੇਹ ਪਰਿਵਾਰ ਬੰਧਾਨਾ, ਪਰਿਵਾਰ ਦੇ ਮੋਹ ਵਿੱਚ ਬੰਦਾ ਇਸ ਪ੍ਰਕਾਰ ਵੱਜਦਾ ਹੈ। ਸੁਣੋ ਕਠਨ ਬਿਨਾ ਗੁਰ ਗਿਆਨਾ, ਤੇ ਫਿਰ ਇਸ ਪਰਿਵਾਰ ਦੇ ਮੋਹ ਦੇ ਵਿੱਚੋਂ ਛੁੱਟਣਾ ਇਸ ਪ੍ਰਕਾਰ ਬੜਾ ਔਖਾ ਹੋ ਜਾਂਦਾ ਹੈ ਜੀ। ਸਭ ਕਰਨਾ ਤੇ ਹੋਏ ਵਿਰਾਗਾ, ਪਰ ਜੇਕਰ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਹਿਰਦੇ ਅੰਦਰ ਵਿਰਾਗ ਸਿਮਰਨ ਪੈਦਾ ਹੁੰਦਾ ਹੈ। ਮੋਹ ਕਟੰਬੇ ਕਰਹਿ ਤਿਆਗਾ, ਫਿਰ ਹੀ ਪਰਿਵਾਰ ਦਾ ਮੋਹ ਤਿਆਗਿਆ ਜਾਂਦਾ ਹੈ, ਬੰਦਗੀ ਹੁੰਦੀ ਹੈ। ਜਗਤ ਅਸਾਰ ਜਾਣ ਕਰ ਸਭ ਜੀ, ਫਿਰ ਹੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਰੇ ਰਿਸ਼ਤੇ ਨਾਤੇ ਸਾਥ ਸੰਬੰਧੀ ਸੰਸਾਰ ਝੂਠਾ ਜਾਪਦਾ ਹੈ। ਗੁਰ ਉਪਦੇਸ਼ ਕਹੈ ਜਗ ਤਬਹੀ, ਫਿਰ ਹੀ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਮੰਨਿਆ ਜਾਂਦਾ ਹੈ। ਆਤਮ ਪੂਰਨ ਜਹ ਕਹਤੇ ਕੀ, ਤੇ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਹੀ ਹਰ ਇੱਕ ਵਿੱਚ ਰੱਬ ਨਜ਼ਰ ਆਉਂਦਾ ਹੈ, ਪਰਮੇਸ਼ਰ ਨਜ਼ਰ ਆਉਂਦਾ ਹੈ। ਨਿਜ ਸਰੂਪ ਕੋ ਲਖੈ ਵਸੇ ਕੀ, ਫਿਰ ਹੀ ਇਹ ਮਹਿਸੂਸ ਹੁੰਦਾ ਹੈ ਕਿ ਅੰਦਰ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਬੈਠਾ ਹੈ। ਮਗਨੀ ਬੈਠ ਕੇ ਸਿਖਰਾਸਾ, ਤੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਫਿਰ ਹੀ ਸੰਸਾਰ ਤੋਂ ਬਿਰਤੀ ਟੁੱਟਦੀ ਹੈ, ਬੰਦਗੀ ਅੰਦਰ ਬਿਰਤੀ ਜੁੜਦੀ ਹੈ ਜੀ। ਨਿਸ਼ਚਲ ਭਵੈ ਦੇਤ ਅਭਿਆਸਾ, ਜੇਕਰ ਪਰਮੇਸ਼ਰ ਦਾ ਅਭਿਆਸ ਕਰਦੇ ਰਹੀਏ ਨਾ ਪੁਨः ਹੌਲੀ ਹੌਲੀ ਅਭਿਆਸ ਕਰਦੇ ਰਹੀਏ ਤੇ ਸੰਗਤ ਜੀ ਐਸੀ ਅਵਸਥਾ ਆ ਜਾਂਦੀ, ਐਸੇ ਵੀ ਦਿਨ ਆ ਜਾਂਦੇ ਨੇ ਕਿ ਪਤਾ ਹੀ ਨਹੀਂ ਲੱਗਦਾ ਕਿੰਨੇ ਘੰਟੇ ਚੌਂਕੜੇ ਵੱਜ ਜਾਂਦੇ ਨੇ। ਚਿੱਤ ਏਦਾਂ ਕਰਦਾ ਹੈ ਕਿ ਹੋਰ ਗੁਰਬਾਣੀ ਪੜ੍ਹ ਲਈਏ, ਹੋਰ ਗੁਰਬਾਣੀ ਪੜ੍ਹ ਲਈਏ। ਐਸੇ ਭਗਤ ਪ੍ਰਹਲਾਦ ਜੀ ਕਹਿੰਦੇ ਅਵਸਥਾ ਬਣਦੀ ਹੈ। ਜਨ ਪੁੱਤਰ ਸੁਨ ਗਿਰਾ ਉਚਾਰੀ, ਇਸ ਪ੍ਰਕਾਰ ਜਦੋਂ ਭਗਤ ਪ੍ਰਹਲਾਦ ਦੇ ਮੁਖੋਂ ਪਰਮੇਸ਼ਰ ਦੀ ਬੰਦਗੀ ਦੀਆਂ ਗੱਲਾਂ ਜਦੋਂ ਦੈਤਾਂ ਦੇ ਪੁੱਤਰਾਂ ਨੇ ਸੁਣੀਆਂ ਨੇ ਤੇ ਕਹਿਣਾ ਕੀਤਾ ਹੈ ਹਮਹਿ ਬਤਾਏ ਬਾਤ ਇਹ ਸਾਰੀ, ਕਿ ਭਗਤ ਪ੍ਰਹਲਾਦ ਜੀ ਜੋ ਸਾਰੀ ਇਹ ਤੁਸੀਂ ਸਾਨੂੰ ਬੰਦਗੀ ਦੀ ਗੱਲ ਦੱਸੀ ਹੈ, ਆਸਮ ਗਿਆਨ ਕਹਾਂ ਤੇ ਪਾਵਾ, ਤੁਸੀਂ ਇਹ ਗਿਆਨ ਕਿਹਦੇ ਤੋਂ ਪ੍ਰਾਪਤ ਕੀਤਾ ਹੈ। ਸੰਸਾਰ ਅਸਾਰ ਲਖਾਵਾ, ਤੁਹਾਨੂੰ ਤਾਂ ਸਾਰਾ ਹੀ ਪਤਾ ਹੈ ਕਿ ਸੰਸਾਰ ਝੂਠਾ ਹੈ, ਪਰਮੇਸ਼ਰ ਦਾ ਨਾਮ ਸੱਚਾ ਹੈ। ਤੁਮ ਪੜਤ ਗੁਰੂ ਇੱਕ ਪਾਹੀ, ਭਗਤ ਪ੍ਰਹਲਾਦ ਜੀ ਤੁਸੀਂ ਔਰ ਅਸੀਂ ਇੱਕੋ ਅਧਿਆਪਕ ਦੇ ਵਿਦਿਆਰਥੀ ਹਾਂ। ਅਮਰ ਨਿਕਟ ਗਮਨੇ ਕਬ ਨਾਹੀ, ਤੇ ਨਾ ਕਦੇ ਕਿਸੇ ਹੋਰ ਕੋਲ ਤੁਸੀਂ ਪੜਨ ਗਏ ਹੋ ਔਰ ਨਾ ਕੋ ਆਵਾ ਇਹ ਥਾਨਾ, ਤੇ ਨਾ ਹੀ ਕੋਈ ਹੋਰ ਸਾਨੂੰ ਪੜਾਉਣ ਆਇਆ ਹੈ। ਕਬਨੂ ਨਹਿ ਸੰਗ ਮਿਲਾਨਾ, ਤੇ ਨਾ ਹੀ ਕਦੇ ਅਸੀਂ ਸਾਧੂਆਂ ਦੀ ਸੰਤਾਂ ਦੀ ਸੰਗਤ ਕੀਤੀ ਹੈ। ਔਰ ਨਾ ਆਇਓ ਤੂੰ ਨਹਿ ਗਇਓ, ਕੋਈ ਇੱਥੇ ਪੜਾਉਣ ਆਇਆ ਨਹੀਂ ਤੇ ਤੁਸੀਂ ਇੱਥੋਂ ਬਾਹਰ ਕਿਤੇ ਪੜਨ ਕਿਸੇ ਹੋਰ ਕੋਲ ਗਏ ਨਹੀਂ। ਐਸੋ ਗਿਆਨ ਕਹਾਂ ਤੇ ਭਇਓ, ਤੇ ਫਿਰ ਐਸਾ ਗਿਆਨ ਤੁਹਾਡੇ ਵਿੱਚ ਕਿੱਥੋਂ ਪੈਦਾ ਹੋਇਆ ਹੈ। ਇਹ ਸੰਸਾਰ ਦੇਹ ਮਿਟਾਈ, ਇਹ ਸਾਰੇ ਬੱਚੇ ਰਲ ਕੇ ਕਹਿੰਦੇ ਭਗਤ ਪ੍ਰਹਲਾਦ ਜੀ ਇਹ ਸਾਡੇ ਮਨ ਦਾ ਸ਼ੰਕਾ ਦੂਰ ਕਰੋ। ਕਹਿੰਦੇ ਸੁਣ ਮੈਂ ਗਿਰਾ ਲਾਈ, ਇਸ ਪ੍ਰਕਾਰ ਉਹਨਾਂ ਬੱਚਿਆਂ ਦੀ ਗੱਲ ਸੁਣ ਕੇ ਭਗਤ ਜੀ ਕਹਿੰਦੇ ਮੈਂ ਬੋਲਿਆ ਹਾਂ। ਜਬ ਮਮ ਪੈਤ ਤਪ ਹੇਤ ਪਧਾਰਾ, ਜਦੋਂ ਮੇਰਾ ਪਿਤਾ ਹਰਨਾਕਸ਼ ਸੰਸਾਰ ਨੂੰ ਜਿੱਤਣ ਵਾਸਤੇ, ਲੋਕ ਪਰਲੋਕ ਨੂੰ ਜਿੱਤਣ ਵਾਸਤੇ, ਦੇਵਤਿਆਂ ਤੋਂ ਬਦਲਾ ਲੈਣ ਵਾਸਤੇ, ਤਪ ਕਰਨ ਵਾਸਤੇ ਘਰ ਨੂੰ ਛੱਡ ਕੇ ਗਿਆ ਸੀ। ਮੰਦਰਾਚਲ ਪਰ ਹਠ ਵੱਡ ਧਾਰਾ, ਤੇ ਮੰਦਰਾਚਲ ਪਹਾੜ ਉੱਪਰ ਖੜ ਕੇ ਕਈ ਸਾਲ ਜਪ ਤਪ ਕੀਤਾ ਸੀ। ਸੰਕਰ ਸਰੋਨ ਸੋਰਨ ਸਮੂਹਾ, ਤੇ ਜਦੋਂ ਇਸ ਗੱਲ ਦਾ ਪਤਾ ਇੰਦਰ ਦੇਵਤੇ ਨੂੰ ਤੇ ਹੋਰਾਂ ਦੇਵਤਿਆਂ ਨੂੰ ਲੱਗਿਆ ਸੀ ਸੈਨ ਮਟੋਰੀ ਕੀਨੀ ਬਿਉਹਾ, ਤੇ ਇੰਦਰ ਦੇਵਤੇ ਨੇ ਮੇਰੇ ਪਿਤਾ ਤੋਂ ਚੋਰੀ ਆਪਣੀ ਸੈਨਾ ਇਕੱਠੀ ਕਰ ਲਈ ਸੀ। ਆਰਖ ਪਾਸ ਪਰ ਵਚਨ ਬਖਾਨਾ, ਤੇ ਸਾਰੀ ਆਪਣੀ ਫੌਜ ਇਕੱਠੀ ਕਰਕੇ ਇੰਦਰ ਬੜਾ ਖੁਸ਼ ਹੋ ਕੇ ਬੋਲਿਆ ਸੀ ਕਾਮਨ ਕੁਲ ਕੋ ਕਰਹੁ ਨਿਦਾਨਾ, ਕਿ ਹੁਣ ਮੌਕਾ ਹੈ, ਹਰਨਾਕਸ਼ ਆਪਣੀ ਨਗਰੀ ਵਿੱਚ ਨਹੀਂ ਹੈ ਜਿਹਦਾ ਸਾਨੂੰ ਡਰ ਹੈ, ਕਿਉਂ ਨਾ ਹੁਣ ਇਹਨਾਂ ਦੇ ਉੱਪਰ ਹਮਲਾ ਕੀਤਾ ਜਾਵੇ, ਇਹਨਾਂ ਦੀ ਸਾਰੀ ਜਿਹੜੀ ਮੁਲਤਾਨ ਦੀ ਨਗਰੀ ਹੈ ਉਹ ਤਬਾਹ ਕਰ ਦਈਏ। ਪ੍ਰਯਾਸ
ਹੁਣ ਬਿਨਾਂ ਕਿਸੇ ਬਹੁਤੇ ਉਪਾਅ ਤੋਂ, ਬਿਨਾਂ ਕਿਸੇ ਵੱਡੇ ਜੰਗ ਤੋਂ ਅਸੀਂ ਜਿੱਤ ਸਕਦੇ ਹਾਂ। ਜਿਮ ਵਕੀਲ ਕਾ ਇਹ ਕੀ ਹੁਣ ਹਨਾ ਤਾਂ ਏਦਾਂ ਹੈ ਜਿਵੇਂ ਕੋਈ ਸੱਪ ਜ਼ਖਮੀ ਹੋਵੇ ਤੇ ਉਹਨੂੰ ਕੀੜੀਆਂ ਖਾ ਜਾਂਦੀਆਂ ਨੇ। ਕਟੋਰ ਆਨ ਰਜਧਾਨੀ ਇਸ ਪ੍ਰਕਾਰ ਸਾਰੀ ਫੌਜ ਇੰਦਰ ਨੇ ਇਕੱਠੀ ਕੀਤੀ ਹੈ ਤੇ ਸਾਡੀ ਮੁਲਤਾਨ ਦੇ ਇਲਾਕੇ ਵਿੱਚ ਆਇਆ ਹੈ। ਮੰਡਿਓ ਜੋਤ ਕ੍ਰੋਧ ਕਰਮਾਨੀ ਤੇ ਸਾਡੇ ਇਸ ਪ੍ਰਕਾਰ ਜਿਹੜੇ ਮੇਰੇ ਪਿਤਾ ਦੇ ਫੌਜਦਾਰ ਸਨ, ਬਾਕੀ ਦੈਂਤ ਸਨ, ਉਹਨਾਂ ਨਾਲ ਜੰਗ ਆਰੰਭਿਆ ਹੈ। ਨਾਮਨ ਮਿਲ ਇੱਕ ਥਾਂ ਸਹਿਕਾਲ ਤੇ ਦੈਂਤਾਂ ਨੇ ਵੀ ਇੱਕ ਥਾਂ ਇਕੱਠੇ ਹੋ ਕਰਕੇ ਵਿਚਾਰ ਚਰਚਾ ਕੀਤੀ ਹੈ ਤੇ ਸ਼ਸਤਰ ਮਿਆਨਾਂ ਚੋਂ ਨੰਗੇ ਕੀਤੇ ਨੇ। ਨਾਮ ਸੰਕਰ ਕੀਨ ਥਸਾਲਾ ਇਸ ਪ੍ਰਕਾਰ ਸਾਰੇ ਦਾਨਵਾਂ ਨੇ ਇਸ ਪ੍ਰਕਾਰ ਜੰਗ ਦੇ ਲਈ ਪੂਰੇ ਸਾਹਮਣਾ ਕਰਨ ਵਾਸਤੇ ਡਟੇ ਨੇ। ਗਦਾ ਤਰਸੂਲਨ ਘੇਰ ਦਰਬਾਰੇ ਦੇਵਤਿਆਂ ਦੇ ਉੱਪਰ ਟੁੱਟ ਕੇ ਪਏ ਨੇ ਤਰਸ਼ੂਲਾ, ਗਦਾ ਆਦਿਕ ਜੋ ਵੀ ਰੁੱਖ ਪਹਾੜ ਹਨ, ਦੇਵਤਿਆਂ ਦੇ ਚਲਾਏ ਨੇ। ਇਹ ਬਾਰ ਸੋਹਣ ਪਰ ਡਾਰੇ ਪਰ ਇੰਦਰ ਨੇ ਆਪਣੇ ਸਾਰੇ ਦੇਵਤੇ ਪਿੱਛੇ ਹਟ ਕੇ ਇੱਕ ਵਾਰ ਬਚਾ ਲਏ ਤੇ ਨੇ। ਬਚਾਏ ਇੰਦਰ ਕਰ ਕ੍ਰੋਧਾ ਤੇ ਇੰਦਰ ਇਸ ਪ੍ਰਕਾਰ ਆਪਣਾ ਬਚਾਅ ਕਰਕੇ ਬੜੇ ਕ੍ਰੋਧ ਦੇ ਸਹਿਤ ਹੋਇਆ ਲੇਕਨ ਹੈ। ਸੰਗ ਸਭ ਨਿਜ ਜੋਗਾ ਤੇ ਫਿਰ ਆਪਣੇ ਸਾਰੇ ਯੋਧਿਆਂ ਨੂੰ ਇਕੱਠੇ ਲੈ ਕਰਕੇ ਵਜਰ ਬਤਨ ਕੀਏ ਜੈਤ ਬਿਹਾਲਾ ਜਿਹੜਾ ਭਗਵਾਨ ਇੰਦਰ ਦੇ ਹੱਥ ਸਭ ਤੋਂ ਖਤਰਨਾਕ ਸ਼ਸਤਰ ਸੀ ਨਾ, ਜਿਸ ਦਾ ਨਾਮ ਵਜਰ ਹੈ, ਫਿਰ ਉਹ ਚਲਾਉਣਾ ਕੀਤਾ ਹੈ। ਭਾਜੇ ਔਰ ਤਰ ਤਰਾਸ ਵਿਸਾਲਾ ਫਿਰ ਜਿਹੜੇ ਸਾਡੀ ਨਗਰੀ ਦੇ ਦੈਂਤ ਸਨ, ਸਾਰੇ ਮੂਹਰੇ ਲੱਗ ਕੇ ਦੌੜੇ ਨੇ। ਪੁੱਤਰ ਕੁਲਤਰ ਨਾ ਮਿੱਤਰ ਸੰਭਾਰਾ ਫਿਰ ਉਹਨਾਂ ਨੇ ਆਪਣੇ ਧੀਆਂ ਪੁੱਤਰਾਂ ਦੀ, ਆਪਣੇ ਘਰ ਵਾਲੀਆਂ ਦੀ, ਆਪਣੇ ਦੋਸਤਾਂ ਦੀ ਖਬਰ ਤੱਕ ਨਹੀਂ ਜਾਣੀ। ਪ੍ਰਾਣ ਬਚਾਵਨਾ ਹੇਤ ਵਿਚਾਰਾ ਸਾਰੇ ਆਪਣੇ ਆਪ ਦਾ ਬਚਾਅ ਕਰਨ ਵਾਸਤੇ ਦੌੜ ਗਏ ਨੇ। ਪਾਏ ਵਿਜੇ ਕੋ ਅਗਲ ਪਰੰਦਰ ਇਸ ਪ੍ਰਕਾਰ ਫਿਰ ਇੰਦਰ ਨੇ ਸਾਡਾ ਇਲਾਕਾ ਜਿੱਤਿਆ ਹੈ। ਜੈਤ ਰਾਜ ਕੇ ਆਵਾ ਅੰਦਰ ਤੇ ਫਿਰ ਸਾਡੇ ਮਹਿਲਾਂ ਦੇ ਅੰਦਰ ਇੰਦਰ ਆਇਆ ਸੀ। ਸੁਲਤਾਨਵ ਕੀ ਸੈਨ ਨਿਕੂਟੀ ਤੇ ਸਾਰੇ ਦਾਨਵ ਜੋ ਹੱਥ ਲੱਗੇ ਮਾਰ ਦਿੱਤੇ, ਜੋ ਦੌੜ ਗਏ ਉਹ ਦੌੜ ਗਏ ਸਨ। ਹਰਤ ਹਮੇ ਮੁਲਤਾਨ ਸਲੂਟੀ ਤੇ ਬੜਾ ਹਰਖ ਕਰਕੇ ਹੱਸ ਕਰਕੇ ਇੰਦਰ ਨੇ ਮੁਲਤਾਨ ਦਾ ਇਲਾਕਾ ਲੁੱਟਿਆ ਸੀ। ਮਮ ਮਾਤਾ ਕੋ ਕਹੇ ਸੋ ਦਸੋ ਸਅਰ ਆਨੀ ਇਸ ਪ੍ਰਕਾਰ ਉਸ ਸਮੇਂ ਮੇਰੀ ਮਾਤਾ ਗਰਭਵਤੀ ਸੀ ਤੇ ਮੈਂ ਪੇਟ ਵਿੱਚ ਸੀ, ਤੇ ਇੰਦਰ ਨੇ ਮੇਰੀ ਮਾਤਾ ਨੂੰ ਬੰਦੀ ਬਣਾ ਕਰਕੇ ਫੜਿਆ ਹੈ। ਲੇਕਰ ਗਮਨੇ ਨਿਜ ਸੰਕਾਰੀ ਤੇ ਸਾਰਿਆਂ ਨੂੰ ਮਾਰ ਕਰਕੇ ਮੇਰੀ ਮਾਤਾ ਨੂੰ ਨਾਲ ਲੈ ਕੇ ਚੱਲਿਆ ਸੀ। ਸਹਿਜ ਸਭਾਏ ਚੱਲੇ ਜਰਾ ਜਾਈ ਜਦੋਂ ਸੁੱਤੇ ਸੱਜ ਹੀ ਇੰਦਰ ਦੀ ਫੌਜ ਦੇ ਨਾਲ ਮੈਂ ਔਰ ਮੇਰੀ ਮਾਤਾ ਚੱਲੇ ਸਨ। ਨਾਮ ਮਨ ਮਿਲਿਓ ਤਬ ਆਈ ਤੇ ਰਸਤੇ ਦੇ ਵਿੱਚ ਸਾਨੂੰ ਫਿਰ ਨਾਰਦ ਮੁਨੀ ਮਿਲਿਆ ਸੀ। ਬਿੰਕਰ ਰੇਖ ਔਰ ਉਪਜੀ ਦਾਇਆ ਇਸ ਪ੍ਰਕਾਰ ਮੇਰੀ ਮਾਂ ਦੀ ਹਾਲਤ ਵੇਖ ਕਰਕੇ ਨਾਰਦ ਮੁਨੀ ਦੇ ਹਿਰਦੇ ਵਿੱਚ ਬੜਾ ਪ੍ਰੇਮ, ਬੜੀ ਦਇਆ ਜਾਗੀ ਸੀ। ਕਹਿਣ ਲੱਗਿਓ ਤਬ ਹੇ ਸੁਰਦਾਇਆ ਤੇ ਉਸਨੇ ਕਹਿਣਾ ਕੀਤਾ, ਹੈ ਸਵਰਗਾਂ ਦੇ ਰਾਜੇ ਇੰਦਰ, ਬਿਨ ਅਪਰਾਧ ਨਾਲ ਕਹਿ ਆਨੀ ਕਿ ਤੇਰੀ ਦੁਸ਼ਮਣੀ ਤਾਂ ਇਸ ਦੇ ਪਿਤਾ ਦੇ ਨਾਲ, ਇਸ ਦੇ ਪਤੀ ਦੇ ਨਾਲ ਹੈ। ਮਰਦ ਮਰਦਾਂ ਨਾਲ ਲੜਦੇ ਚੰਗੇ ਲੱਗਦੇ ਨੇ, ਤੇ ਇਸ ਔਰਤ ਨੂੰ ਬਿਨਾਂ ਗੱਲ ਤੋਂ, ਬਿਨਾਂ ਕਸੂਰ ਤੋਂ ਕਿਉਂ ਬੰਦੀ ਬਣਾਇਆ ਹੈ। ਜੋ ਵੇਖ ਮਨ ਕੋ ਮੰਗਾਨੀ ਮੇਰੀ ਗੱਲ ਮੰਨ ਹੈ ਇੰਦਰ, ਇਸ ਔਰਤ ਨੂੰ ਛੱਡ ਦੇ। ਸੰਤ ਸਲੋਨ ਬੋਲਿਓ ਪਰਪੁੱਤਾ ਤੇ ਨਾਰਦ ਮੁਨੀ ਦੇ ਬਚਨ ਸੁਣ ਕਰਕੇ ਫਿਰ ਦੇਵਤਾ ਇੰਦਰ ਬੋਲਿਆ ਜੀ, ਇਸਕੇ ਗਰਭ ਬਲੀ ਖਵੇ ਪੁੱਤਾ ਕਿ ਇਹਦੀ ਗਰਭ ਦੇ ਵਿੱਚ ਜਿਹੜਾ ਬੱਚਾ ਪਲ ਰਿਹਾ ਹੈ ਨਾ, ਉਹ ਬੜਾ ਬੜੀ ਪੁੱਤਰ ਹੋਵੇਗਾ। ਜਨਮਤ ਹੀ ਮਾਰੋ ਮੈਂ ਤਾਨੀ ਤੇ ਮੇਰੇ ਮਨ ਦੀ ਇੱਛਾ ਹੈ ਜਦੋਂ ਹੀ ਉਸ ਬੱਚੇ ਦਾ ਜਨਮ ਹੋਵੇਗਾ ਮੈਂ ਉਦੋਂ ਹੀ ਮਾਰ ਦੇਵਾਂਗਾ। ਕਹਿ ਆਨੀ ਬੰਤਾ ਹਿਤ ਜਾਹੀ ਇਸ ਪ੍ਰਕਾਰ ਇਸ ਲਈ ਮੈਂ ਇਸ ਔਰਤ ਨੂੰ ਫੜ ਕੇ ਆਪਣੇ ਨਾਲ ਲਿਆਇਆ ਹਾਂ। ਨਾਮ ਕਹਿਤ ਸੁਨੋ ਸੁਨਰਾਈ ਤੇ ਨਾਰਦ ਮੁਨੀ ਕਹਿਣ ਲੱਗਾ, ਹੈ ਦੇਵਤਾ ਜੀ ਸੁਣਨਾ ਕਰੋ। ਜਿਸ ਕੋ ਪੁੱਤਰ ਨਾ ਮਾਰਿਓ ਜਾਈ ਜਿਹੜਾ ਇਹਦੀ ਗਰਭ ਦੇ ਵਿੱਚ ਪੁੱਤਰ ਹੈ ਨਾ, ਉਹ ਤੂੰ ਤਾਂ
ਛੱਡ ਕਿਸੇ ਦੇਵਤੇ ਤੋਂ ਨਹੀਂ ਮਰੇਗਾ। ਕਵੈ ਹਰ ਭਗਤ ਸੋ ਆਤਮ ਗਿਆਨੀ। ਉਹ ਆਤਮਾ ਦਾ ਗਿਆਨੀ ਹੈ ਤੇ ਪਰਮੇਸ਼ਰ ਦਾ ਭਗਤ ਹੈ। ਆਸ ਕੋ ਕਰੈ ਦਾਸ ਕੀ ਹਾਨੀ। ਇਸ ਲਈ ਉਹ ਤੇਰੀ ਹਾਨੀ ਕਰ ਦੇਵੇਗਾ, ਉਹਦੀ ਹਾਨੀ ਨਹੀਂ ਹੋਵੇਗੀ। ਤੁਮਰੇ ਸਿਹਤ ਅਪਰ ਜੋ ਦੇਵਾ। ਤੂੰ ਅਤੇ ਤੇਰੇ ਨਾਲ ਜਿਹੜੇ ਹੋਰ ਦੇਵਤੇ ਹਨ, ਹਾਨ ਨਾ ਸਕੈ ਤਤਪਰ ਹਰ ਸੇਵਾ। ਉਹਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦੇ, ਬਸ ਉਹਦੀ ਸੇਵਾ ਕਰ ਸਕਦੇ ਨੇ। ਮਾਨ ਪਰੰਦਰ ਭੈ ਪਰਮਾਹੀ। ਤੇ ਨਾਰਦ ਮੁਨੀ ਦੇ ਬਚਨ ਸੁਣ ਕਰਕੇ ਇੰਦਰ ਦੇ ਮਨ ਵਿੱਚ ਇੱਕ ਡਰ ਜਾਗਿਆ ਹੈ। ਕੇ ਕਹੇ ਛਾੜ ਦਿਏ ਤਾਹੀ। ਇਸ ਪ੍ਰਕਾਰ ਨਾਰਦ ਮੁਨੀ ਦੇ ਬਚਨ ਮਨ ਕਰਕੇ ਮੇਰੀ ਮਾਤਾ ਨੂੰ ਛੱਡ ਦਿੱਤਾ ਸੀ। ਭਗਤ ਨਾਮ ਸੁਨ ਬੰਧਨ ਕੀਨੀ। ਤੇ ਇਸ ਪ੍ਰਕਾਰ ਪੇਟ ਦੇ ਵਿੱਚ ਭਗਤ ਹੈ, ਇਹ ਸੁਣ ਕਰਕੇ ਮੇਰੀ ਮਾਤਾ ਨੂੰ ਨਮਸਕਾਰ ਕੀਤੀ ਸੀ। ਤੇ ਚਾਰੇ ਪਾਸੇ ਘੁੰਮ ਕਰਕੇ ਮੇਰੀ ਮਾਤਾ ਦੇ ਦੁਆਲੇ 3 ਪਰਿਕਰਮਾ ਕੀਤੀਆਂ ਤੇ ਨਮਸਕਾਰ ਕੀਤੀ ਹੈ। ਇਸ ਪ੍ਰਕਾਰ ਤਿਹ ਸ਼ਿਨ ਕਰੁਣਾ ਕਰ ਮਨ ਰਾਇਆ। ਇਸ ਪ੍ਰਕਾਰ ਮੁਨੀ ਹੈ ਜੋ ਮੁਨੀਆਂ ਦਾ ਰਾਜਾ ਨਾਰਦ ਮੁਨੀ, ਉਸ ਦੀ ਅਪਾਰ ਕਿਰਪਾ ਹੋਈ ਸੀ। ਇਸ ਪ੍ਰਕਾਰ ਇੰਦਰ ਨੂੰ ਭੇਜ ਦਿੱਤਾ ਤੇ ਮੇਰੀ ਮਾਤਾ ਨੂੰ ਲੈ ਕਰਕੇ ਨਾਰਦ ਮੁਨੀ ਆਪਣੇ ਆਸ਼ਰਮ ਵਿੱਚ ਆਇਆ ਜੀ। ਤੇ ਬਚਨ ਕਹੇ, ਹੇ ਮੇਰੀ ਧੀ ਮੇਰੀ ਪੁੱਤਰੀ, ਇਸ ਥਾਂ ਦੇ ਉੱਪਰ ਰਹਿਣਾ ਕਰੋ। ਜਦੋਂ ਤੱਕ ਤੇਰੇ ਪਤੀ ਨਾਲ ਤੇਰਾ ਮੇਲ ਨਹੀਂ ਹੁੰਦਾ, ਭਾਵ ਹਰਨਾਕਸ਼ ਵਾਪਸ ਨਹੀਂ ਆਉਂਦਾ, ਉਦੋਂ ਤੱਕ ਡਰ ਤੋਂ ਰਹਿਤ ਹੋ ਕਰਕੇ ਨਿਰਭੈ ਹੋ ਕਰਕੇ ਇੱਥੇ ਰਹਿਣਾ ਕਰੋ। ਇਸ ਪ੍ਰਕਾਰ ਰਿਸ਼ੀਆਂ ਦੇ ਵਿੱਚ ਰਹਿ ਕਰਕੇ ਸੇਵਾ ਸਿਮਰਨ ਕਰੋ, ਕਿਸੇ ਚੀਜ਼ ਦਾ ਡਰ ਭੈ ਨਾ ਮੰਨੋ। ਇਸ ਪ੍ਰਕਾਰ ਮੇਰੀ ਮਾਤਾ ਨੇ ਜਦੋਂ ਇਹ ਬਚਨ ਸੁਣੇ ਤੇ ਸਾਰੀ ਚਿੰਤਾ ਦੂਰ ਹੋਈ ਜੀ। ਤੇ ਬੜੇ ਪ੍ਰੇਮ ਦੇ ਨਾਲ ਰਿਸ਼ੀਆਂ ਦੀ ਸੇਵਾ ਕਰਨ ਲੱਗੀ ਹੈ। ਇਸ ਪ੍ਰਕਾਰ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ, ਇਸ ਪ੍ਰਕਾਰ ਪੇਟ ਦੇ ਅੰਦਰ ਹੀ ਜੋ ਰਿਸ਼ੀ ਪਰਮੇਸ਼ਰ ਦਾ ਸਿਮਰਨ ਕਰਦੇ ਸਨ, ਬੰਦਗੀ ਕਰਦੇ ਸਨ, ਮੈਂ ਪੇਟ ਦੇ ਅੰਦਰ ਹੀ ਉਹ ਸਾਰਾ ਗਿਆਨ ਪ੍ਰਾਪਤ ਕੀਤਾ ਸੀ। ਇਸ ਲਈ ਇਹ ਪਰਮੇਸ਼ਰ ਦੀ ਜਿਹੜੀ ਸੁਧ ਬੁੱਧ ਹੈ, ਬਚਪਨ ਤੋਂ ਲੈ ਕੇ ਹੀ ਮੈਨੂੰ ਪ੍ਰਾਪਤ ਹੋਈ ਹੈ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਆਉਣ ਵਾਲਾ ਇਤਿਹਾਸ ਕਿਸ ਪ੍ਰਕਾਰ ਭਗਤ ਪ੍ਰਹਲਾਦ ਜੀ ਦਾ ਪ੍ਰਕਾਸ਼ ਹੋਵੇਗਾ, ਜਨਮ ਹੋਵੇਗਾ, ਹਰਨਾਕਸ਼ ਵਾਪਸ ਆਵੇਗਾ, ਇਸ ਪ੍ਰਕਾਰ ਆਉਣ ਵਾਲਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਜੀ। ਅੱਜ ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ 'ਚ ਵਸਾਉਣਾ, ਤਾਂ ਜੋ ਅਸੀਂ ਵੀ ਮਨੁੱਖਾਂ ਦੇ ਹੀ ਜੋ ਬੜੀ ਦੁਰਲਭ ਹੈ, ਬੜੀ ਔਖੀ ਪ੍ਰਾਪਤ ਹੋਈ ਹੈ, ਸੰਸਾਰ ਦੇ ਕਾਰ ਵਿਹਾਰ ਤਿਆਗ ਕਰਕੇ ਲੋੜ ਅਨੁਸਾਰ ਜੀਵਨ ਬਤੀਤ ਕਰੀਏ ਤੇ ਜਿੰਨਾ ਵੀ ਬਤੀਤ ਕਰੀਏ ਪਰਮੇਸ਼ਰ ਦੀ ਬੰਦਗੀ ਅੰਦਰ, ਸਤ ਸੰਗਤ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀਆਂ ਤੇ ਪੂਰਨ ਭਰੋਸਾ ਰੱਖ ਕਰਕੇ ਬਤੀਤ ਕਰੀਏ ਜੀ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ। ਸਮਾਪਤੀ ਹੋਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ, ਸਹਿਜ ਸੇਤੀ ਮਨ ਵਚੀਆਂ ਬਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀ ਆਇਆ, ਸ਼ਬਦ ਦਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਕੱਲਾ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੇ। ਆਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਤਿ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ
ਆਧਾਰੋ ਸਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨਾਉ ਸੰਤਾ ਸ਼ਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸਭੋ ਆਦਿਤ ਕਰ ਅਨਹਦ ਬਾਜੀ ਅਨੰਦ ਸਮਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦੁਇਤਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ